ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 282 ਨੰਬਰ ਅੰਗ 15ਵੀਂ ਅਸ਼ਟਪਦੀ ਦੀ ਆਰੰਭਤਾ ਹੈ। ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ। ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ। ਜਾ ਕੈ ਸਿਮਰਨੀ ਉਦਰੀਐ ਨਾਨਕ ਤਿਸ ਬਲਿਹਾਰ। ਸਰਬ ਕਲਾ ਭਰਪੂਰ ਪ੍ਰਭ, ਉਹ ਪਰਮਾਤਮਾ ਸਰਬ ਕਲਾ ਭਰਪੂਰ ਹੈ। ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਬਿਰਥਾ ਜਾਨਨ ਹਾਰ, ਬਿਰਥਾ ਅੰਦਰ ਦੀ ਪੀੜਾ ਨੂੰ ਉਹ ਮਾਲਕ ਪਰਮਾਤਮਾ ਹਰੇਕ ਦੇ ਦਿਲ ਦੀ, ਹਰੇਕ ਦੇ ਅੰਦਰ ਦੀ ਪੀੜਾ ਨੂੰ ਜਾਣਦਾ ਹੈ। ਉਹਦੇ ਅੰਦਰੋਂ ਜਾਣਦਾ ਵੀ ਅੰਦਰ ਕੀ ਚੱਲ ਰਿਹਾ ਮਨੁੱਖ ਦੇ। ਜਾ ਕੇ ਸਿਮਰਨ ਉਦਰੀ ਹੈ, ਜਿਸ ਦਾ ਸਿਮਰਨ ਕਰਨ ਦੇ ਨਾਲ, ਜਿਸ ਨੂੰ ਯਾਦ ਕਰਨ ਦੇ ਨਾਲ, ਚੇਤੇ ਕਰਨ ਦੇ ਨਾਲ ਪਾਰ ਉਤਾਰਾ ਹੁੰਦਾ ਹੈ। ਨਾਨਕ ਤਿਸ ਬਲਿਹਾਰ, ਹੈ ਨਾਨਕ ਇਹੋ ਜਿਹੇ ਪਰਮਾਤਮਾ ਤੋਂ ਬਲਿਹਾਰ ਜਾ, ਇਹੋ ਜਿਹੇ ਪਰਮਾਤਮਾ ਤੋਂ ਵਾਰਨੇ ਜਾਣਾ ਚਾਹੀਦਾ ਹੈ। ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਿਪਾਲ। ਉਹ ਮਾਲਕ ਪਰਮਾਤਮਾ ਟੁੱਟੀਆਂ ਗੰਢਾਂ ਜੋੜਨ ਵਾਲਾ ਹੈ। ਜੋ ਪਰਮਾਤਮਾ ਦੇ ਨਾਲ ਟੁੱਟੇ ਹੋਏ ਨੇ ਉਹਨਾਂ ਨੂੰ ਉਹ ਜੋੜਨ ਵਾਲਾ ਹੈ। ਸਰਬ ਜੀਆਂ ਆਪੇ ਪ੍ਰਤਿਪਾਲ, ਤੇ ਸਾਰੇ ਹੀ ਜੀਆਂ ਦੀ ਆਪ ਪ੍ਰਤਿਪਾਲਣਾ ਕਰਦਾ ਹੈ। ਇੱਥੇ ਜਿਹੜਾ ਉਚਾਰਨ ਹੈ, ਦੋ ਲਗਾ ਮਾਤਰਾ ਆਈਆਂ ਨੇ, ਹੋੜਾ ਤੇ ਔਂਕੜ। ਵੈਸੇ ਗੋਪ ਕਰਦੇ ਹਾਂ ਆਪਾਂ, ਹੋੜੇ ਨਾਲ ਬੋਲਦੇ ਹਾਂ, ਪਰ ਇਹ ਵਿਆਕਰਨ ਦਾ ਨਿਯਮ ਹੈ, ਇਹਦੇ ਉਲਟ ਔਂਕੜ ਦੇ ਨਾਲ ਇਹਦਾ ਉਚਾਰਨ ਹੋਵੇਗਾ। ਗੋਪਾਲ ਸਰਬ ਜੀਆਂ ਆਪੇ ਪ੍ਰਤਿਪਾਲ, ਆਪੇ ਹੀ ਸਾਰੇ ਜੀਆਂ ਦਾ, ਸਭਨਾ ਦੇ ਆਪ ਹੀ ਪ੍ਰਤਿਪਾਲਣਾ ਕਰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਥਾ ਕੋਈ ਨਹੀਂ। ਅਸੀਂ ਆਪਣੀ ਚਿੰਤਾ ਕਰ ਸਕਦੇ ਹਾਂ, ਹੋਰਨਾਂ ਦੀ ਥੋੜ੍ਹੀ ਜਿਹੀ ਕਰ ਸਕਦੇ ਹਾਂ, ਪਰਿਵਾਰ ਦੀ ਕਰ ਲਵਾਂਗੇ, ਆਂਢ ਗੁਆਂਢ ਦੀ ਚਿੰਤਾ ਕਰਾਂਗੇ, ਪਰ ਉਸ ਮਾਲਕ ਪਰਮਾਤਮਾ ਨੂੰ ਸਭਨਾਂ ਦੀ, ਸਾਰਿਆਂ ਦੀ ਚਿੰਤਾ ਹੈ। ਉਹ ਸਭਨਾਂ ਦੀ ਪਾਲਣਾ ਵੀ ਕਰ ਰਿਹਾ, ਸਭਨਾਂ ਦੀ ਚਿੰਤਾ ਵੀ ਕਰ ਰਿਹਾ ਹੈ। ਤਿਸ ਤੇ ਬਿਰਥਾ ਕੋਈ ਨਹੀਂ, ਤੇ ਉਹਦੇ ਦਰ ਦੇ ਉੱਤੋਂ ਕੋਈ ਵੀ ਕਦੇ ਖਾਲੀ ਹੱਥ ਵਾਪਸ ਨਹੀਂ ਆਇਆ। ਜਿਹੜਾ ਉਸ ਦਰ ਤੇ ਜੁੜ ਗਿਆ ਉਹ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਹੁੰਦਾ। ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸ਼ੀ ਪ੍ਰਭ ਆਪੀ ਆਪ। ਹੁਣ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਣ ਲੱਗੇ, ਹੇ ਮੇਰੇ ਮਨ। ਵੈਸੇ ਬਾਣੀ ਨੂੰ ਆਪਾਂ ਸਭ ਪੜ੍ਹਨ ਵਾਲੇ ਹਾਂ। ਇੱਕ ਗੱਲ ਦਾ ਧਿਆਨ ਰੱਖਿਆ ਜੀ, ਸਤਿਗੁਰਾਂ ਨੇ ਇਹਦੇ ਵਿੱਚ ਨਾ ਆਪਣੇ ਉੱਤੇ ਬਹੁਤ ਜ਼ਿਆਦਾ ਟਿਕਾਇਆ ਹੈ।
ਗਲਤੀਆਂ ਬੰਦਾ ਕਰਦਾ ਪਿਆ। ਸਤਿਗੁਰੂ ਸਰਬ ਕਲਾ ਭਰਪੂਰ ਨੇ, ਪਰ ਫਿਰ ਵੀ ਇਹ ਬੇਨਤੀ ਕਰਦੇ ਨੇ, ਆਪਣੇ ਮਨ ਨੂੰ ਸੰਬੋਧਨ ਕਰਦੇ, ਕਹਿੰਦੇ ਪਏ ਨੇ ਤੂੰ ਕਿਹੜੀ ਭੈੜੀ ਮੱਤ ਦੇ ਵਿੱਚ ਪਿਆ ਪਿਆ। ਆਪ ਤੇ ਸਰਬ ਕਲਾ ਭਰਪੂਰ ਨੇ ਨਾ, ਸਭ ਕੁਝ ਜਾਣਨ ਵਾਲੇ ਨੇ, ਪਰ ਇਹ ਇੱਕ ਜਰੀਆ ਸੀ। ਜਦੋਂ ਮੈਂ ਪੜਾਂਗਾ ਜਾਂ ਤੁਸੀਂ ਪੜੋਗੇ ਤੇ ਉੱਥੇ ਫਿਰ ਤੇਰੇ ਦੀ ਗੱਲ ਨਹੀਂ ਆਵੇਗੀ, ਮੇਰੇ ਦੀ ਗੱਲ ਆਵੇਗੀ। ਜਦੋਂ ਮੇਰੇ ਦੀ ਗੱਲ ਆਵੇਗੀ ਮੈਂ ਆਪਣੇ ਤੋਂ ਟਿਕਾਵਾਂਗਾ। ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਤਕਰੀਬਨ ਤੇ ਤਕਰੀਬਨ ਜ਼ਿਆਦਾਤਰ ਮੇਰੇ ਦੀ ਗੱਲ ਕੀਤੀ ਹੈ। ਇਹ ਸ਼ਰੀਰਾ ਮੇਰਿਆ, ਇਹ ਨੇਤਰੋ ਮੇਰਿਓ, ਇਹ ਸ਼ਰਵਣੋ ਮੇਰਿਓ, ਇਹ ਮਨਾ ਮੇਰਿਆ, ਮੇਰੀ ਦੀ ਗੱਲ ਹੈ। ਭਾਵ ਆਪਣੇ ਤੇ ਟੁਕਾਰੇ ਨੇ, ਦੂਸਰੇ ਨੂੰ ਨਹੀਂ ਕਹਿ ਰਹੇ। ਹੁਣ ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਆਪਣੇ ਮਨ ਨੂੰ ਸਮਝਾ। ਲੋਕਾਂ ਨੂੰ ਸਮਝਾਉਣ ਦੀ ਜਗ੍ਹਾ ਸਭ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਸਮਝਾ। ਕਿਤੇ ਇਹ ਨਾ ਹੋਵੇ ਦੂਸਰਿਆਂ ਨੂੰ ਕਹਿੰਦਾ ਰਵੇਂ ਤੂੰ ਮਾੜਾ ਹੈ, ਤੂੰ ਇਹ ਵਿਕਾਰ ਕਰਦਾ ਹੈ, ਤੂੰ ਇਹ ਮਾੜੇ ਕੰਮ ਕਰਦਾ ਹੈ, ਤੇ ਆਪ ਤੂੰ ਉਸ ਨੂੰ ਛੱਡੇ ਨਾ। ਮੇਰੀ ਜਦੋਂ ਗੱਲ ਆਵੇਗੀ ਉੱਥੇ ਮੇਰੇ ਤੇ ਟੁਕੇਗੀ। ਭਾਵ ਜਿਹੜਾ ਵੀ ਬਾਣੀ ਨੂੰ ਪੜ੍ਹੇਗਾ, ਭਾਵੇਂ ਮੈਂ ਪੜ੍ਹ ਰਹੀ ਹਾਂ, ਭਾਵੇਂ ਤੁਸੀਂ ਪੜ੍ਹ ਰਹੇ ਹੋ, ਕੋਈ ਵੀ ਪੜ੍ਹ ਰਿਹਾ, ਉਹ ਉਹਦੇ ਉੱਤੇ ਲਾਗੂ ਹੁੰਦੀ ਹੈ। ਜਦੋਂ ਧਿਆਨ ਨਾਲ ਕੋਈ ਪੜ੍ਹੇਗਾ ਵੀ ਆਖੇਗਾ ਮੇਰੀ ਗੱਲ ਚੱਲਦੀ ਪਈ ਹੈ। ਕਿਉਂਕਿ ਕਈ ਵਾਰੀ ਆਪਾਂ ਬਾਣੀ ਨੂੰ ਪੜ੍ਹਦੇ ਹੁੰਦੇ ਹਾਂ ਨਾ, ਵੀ ਇੱਦਾਂ ਲੱਗਦਾ ਵੀ ਜਿਵੇਂ ਸਾਡੀਆਂ ਹੀ ਗੱਲਾਂ, ਸਾਡਾ ਹੀ ਦ੍ਰਿਸ਼ ਸਾਹਮਣੇ ਆਉਂਦਾ ਪਿਆ। ਜੋ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਉਹ ਸਭ ਕੁਝ ਸਾਹਮਣੇ ਆ ਰਿਹਾ ਸਾਡੇ ਸਾਹਮਣੇ, ਵੀ ਜਿਵੇਂ ਸਾਡੀ ਹੀ ਗੱਲ ਕਰਦੇ ਪਏ ਨੇ। ਤੇ ਮਨ ਨੂੰ ਸੰਬੋਧਨ ਕਰਦਿਆਂ ਹੋਏ ਆਖਦੇ ਇਹ ਮਨ ਮੇਰੇ, ਹੀ ਮੇਰੇ ਮਨਾ ਸਦਾ ਹਰ ਜਾਪ ਸਦਾ ਦੇ ਲਈ। ਇਹ ਨਹੀਂ ਵੀ 1 ਮਿੰਟ 2 ਮਿੰਟ ਅੱਜ ਜਪ ਲਿਆ, ਕੱਲ ਨਹੀਂ ਜਪਣਾ, ਪਰਸੋਂ ਜਪ ਲਿਆ, ਨਹੀਂ। ਸਦਾ ਦਾ ਮੀਨਿੰਗ ਵੀ ਹਮੇਸ਼ਾ ਦੇ ਲਈ। ਜਿੰਨੇ ਤੇਰੇ ਕੋਲ ਸਵਾਸ ਨੇ, ਜਿੰਨਾ ਕੋ ਤੇਰੇ ਕੋਲ ਸਮਾਂ, ਉਸ ਮਾਲਕ ਪਰਮਾਤਮਾ ਨੂੰ ਜਾਪ। ਅਬਨਾਸ਼ੀ ਪ੍ਰਭ ਆਪੇ ਆਪ। ਉਹ ਮਾਲਕ ਪਰਮਾਤਮਾ ਅਬਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ, ਤੇ ਆਪੇ ਹੀ ਆਪ ਹੈ। ਆਪਨ ਕੀਆ ਕਛੂ ਨਾ ਹੋਈ, ਜੇ ਸੋ ਪ੍ਰਾਨੀ ਲੋਚੈ ਕੋਈ। ਹੁਣ ਬੰਦਾ ਆਪਣੇ ਆਪ ਜਿੰਨੇ ਮਰਜ਼ੀ ਯਤਨ ਕਰ ਲਵੇ, ਆਪਨ ਕੀਆ ਕਛੂ ਨਾ ਹੋਏ। ਆਪਣੇ ਆਪ ਕਰਨ ਦੇ ਨਾਲ ਮਨੁੱਖ ਜਿੰਨੇ ਮਰਜ਼ੀ ਯਤਨ ਕਰ ਰਿਹਾ, ਕੁਝ ਵੀ ਨਹੀਂ ਹੋਣ ਵਾਲਾ। ਜੇ ਸੌ, ਸੌ ਦਾ ਅਰਥ ਹੁੰਦਾ 100 ਗਿਣਤੀ ਦੇ 100 ਹੈ। ਜੇ ਬੰਦਾ ਜੇ ਸੋ ਪ੍ਰਾਣੀ ਲੋਚਿਆ ਕੋਏ। ਹੁਣ ਪ੍ਰਾਣੀ ਮਨ ਦੇ ਵਿੱਚ 100 ਤੋਂ ਵੱਧ ਜਿੰਨੀਆਂ ਮਰਜ਼ੀ ਵਿਚਾਰਾਂ ਬਣਾਈ ਫਿਰੇ, ਲੋਚੀ ਜਾਵੇ, ਮਨ ਦੇ ਵਿੱਚ ਲੋਚ ਲਵੇ, ਸੋਚ ਲਵੇ ਵੀ ਮੈਂ ਆਹ ਕਰ ਲਵਾਂਗਾ, ਮੈਂ ਆਹ ਕਰ ਲਵਾਂਗਾ। ਕਈ ਵਾਰੀ ਹੁੰਦਾ ਨਾ ਸਾਡੇ ਮਨ ਦੀਆਂ ਵਿਚਾਰਾਂ ਨੇ, ਤੇ ਫਿਰ ਬਾਬਾ ਫਰੀਦ ਸਾਹਿਬ ਜੀ ਨੇ ਇਹ ਵੀ ਗੱਲ ਆਖੀ ਹੈ, ਕਿਤੇ ਇਹ ਨਾ ਹੋਵੇ ਤੂੰ ਆਪਣੇ ਮਨ ਦੇ ਵਿੱਚ ਵਿਸਾਰਾਂ ਸੋਚਦਾ ਰਵੇਂ ਤੇ ਉਹ ਮੌਤ ਰੂਪੀ ਬਾਝ ਤੇਰੇ ਉੱਤੇ ਆ ਪਵੇ ਤੇ ਤੇਰੇ ਮਨ ਦੀਆਂ ਮਨ ਦੇ ਵਿੱਚ ਹੀ ਰਹਿ ਜਾਣ। ਤੇ 9ਵੇਂ ਪਾਤਸ਼ਾਹ ਦਾ ਬਚਨੀ ਪੜ੍ਹਨੇ ਆ, ਮਨ ਕੀ ਮਨ ਹੀ ਮਾਹੀ ਰਹੀ। ਮਨਾਂ ਦੀਆਂ ਮਨਾਂ ਦੇ ਵਿੱਚ ਹੀ ਰਹਿ ਗਈਆਂ। ਅਸੀਂ ਅਗਾਂਹ ਨੂੰ ਸੋਚ ਰਹੇ ਹਾਂ। ਸਾਡੀ ਜਿਹੜੀ ਵਿਚਾਰ ਹੈ ਚੰਗੀ ਗੱਲ ਹੈ, ਸੋਚਣਾ ਚਾਹੀਦਾ। ਪਤਾ ਨਹੀਂ ਅਸੀਂ ਸਾਲ 2 ਸਾਲ 3 ਸਾਲਾਂ ਦੀਆਂ ਪਹਿਲਾਂ ਹੀ ਵਿਚਾਰਾਂ ਬਣਾ ਕੇ ਬੈਠੇ ਹੋਏ ਹਾਂ ਵੀ ਆਹ ਸਾਲ ਮੈਂ ਆਹ ਕਰਾਂਗਾ, ਅਗਲੇ ਸਾਲ ਆਹ ਕਰਾਂਗਾ, ਔਰ ਤੋਂ ਅਗਲੇ ਸਾਲ ਫਲਾਣੀ ਜਗ੍ਹਾ ਹੋਵਾਂਗਾ, ਆਹ ਕਰ ਲਵਾਂਗਾ। ਪਰ ਜਿਹੜੀ ਤੇ ਚੀਜ਼ ਸੋਚਣ ਵਾਲੀ ਸੀ ਬੰਦਾ ਉਹਦੇ ਵੱਲ ਧਿਆਨ ਨਹੀਂ ਦੇ ਰਿਹਾ। ਅਸਲ ਦੇ ਵਿੱਚ ਅਸੀਂ ਤੇ ਸੰਸਾਰ ਦੇ ਪਦਾਰਥਾਂ ਦੇ ਬਾਰੇ ਸੋਚਦੇ ਪਏ ਹਾਂ ਨਾ। ਕਦੇ ਇਹ ਸੋਚਿਆ ਵੀ ਕੀ ਪਤਾ ਵੀ ਮਾਲਕ ਨੇ ਅਗਲਾ ਸਵਾਸ ਸਾਨੂੰ ਬਖਸ਼ਣਾ ਕਿ ਨਹੀਂ ਬਖਸ਼ਣਾ। ਪਰ ਇੱਕ ਗੱਲ ਬੜੀ ਚੰਗੀ ਹੈ, ਸਭ ਕੁਝ ਸਾਡੇ ਹੱਥ ਦੇ ਵਿੱਚ ਹੈ, ਬਸ ਇੱਕ ਮੌਤ ਸਾਡੇ ਹੱਥ ਦੇ ਵਿੱਚ ਨਹੀਂ। ਜੇਕਰ ਕਿਸੇ ਬੰਦੇ ਨੂੰ ਪਤਾ ਲੱਗ ਜਾਵੇ ਵੀ ਮੇਰੀ ਫਲਾਣੇ ਦਿਨ ਮੌਤ ਹੋਣੀ ਹੈ, ਤੇ ਬੰਦਾ ਯਤਨ ਵੀ ਬੜੇ ਕਰੇਗਾ, ਤੇ ਅੱਧੇ ਕੁ ਤੇ ਇਹੋ ਜਿਹੇ ਨੇ ਵੀ ਉਸ ਦੇ ਭੈ ਦੇ ਨਾਲ, ਡਰ ਦੇ ਨਾਲ ਹੀ ਕੰਬ ਜਾਣਗੇ, ਬਿਮਾਰ ਹੋ ਜਾਣਗੇ ਅੱਧੇ ਕੁ ਤੇ।
पर ये चीज़ मालक ने चंगा किया भी जिहड़ी मौत की चिट्ठी अपने हथ दे विच रखी है, वो साडे ते काम कर रही है, साडे ते क्रिया चल रही है। ये नहीं भी हजी मौत ने आना है, पर आ चुकी है साडे तो। उस दिन जिस दिन जदों साडा दुनिया दे उत्ते जन्म होया सी ते पहला श्वास निकलिया सी बाहर, उन्हें वेख के आख्या से ना, छिन छिन औद बेहात है फूटे घट जियो पानी, चेतना है तो चेत लै निस दिन मैं प्राणी। याद करना कर लै, मौत अपना क्रिया करती पई है, काम कर रही है, तो जिस दिन एक कारज पूरा हो जाएगा तू संसार तो चले जाना है। काम शुरू करेगा वो हौली हौली निपरे भी चढ़ता है। कोई भी बंदा काम करता सी, कहने तुसीं शुरू कर, तेरा साथ देवांगे, तेरे नाल रवांगे। एवें ही मौत का जिहड़ा काम है वो शुरू हो चुका है, तो बंदा इस गल वाल ध्यान नहीं दे रहा, इनू समझण दे लई तैयार नहीं। होर पता नहीं किन्नियां कु मन दे विच विउंतां ने, जिहड़ियां विचारां ने वो मन दे विच बनाई बैठा, मन दे विच सोचदा पिया, पर आपन किया कछु ना होए। अपने आप भावें लखां यतन कर लवे, कुछ भी नहीं होने वाला, क्योंकि सब कुछ उहदे हक दे विच, हथ दे विच है। भावें जिन्ना मर्जी लोचदा रवे, तिस बिन नाही तेरै किछ काम, गत नानक जप एक हर नाम। हे मालक परमात्मा, तेरे तो बिना बंदा जिन्ने मर्जी काम कर लवे, किदे काम नहीं। ये नहीं भी धर्म के असीं काम, ये संसार के काम छड्ड के बह जाना, अपने घर बार नूं छड्ड के बह जाना, नहीं। ये तो असीं करने ने, ये साडे फर्ज ने। गृहस्थी जीवन है, ये साडे फर्ज ने, पर इन्हां फर्जां नूं निभांदियां होइयां सानूं परमात्मा की याद रहनी चाहिए है, परमात्मा का चेता रहना चाहिए। ये ना होवे भी असीं दुनिया के काम भी करी जाइए, अपना परिवार पालन के लिए दूसरे के परिवार नूं लुट लीए, ये माड़ा काम है। मेहनत करो, दसां नोहां की मेहनत कर ली, क्या किरत करो, किरत चोर भी करता पिया, तो चोर वाल वेख के फिर सतगुरां ने गल आखी सी, भाई जिस परिवार के करके तू कमा रहा है, उस परिवार ने भी तेरी हामी नहीं भरनी। चोर की हामा भरै ना कोई, चोर की कोई हामी नहीं भरता, परिवार वाले भी साथ छड़ देंदे ने। दसां नूहां की किरत करना सानू उपदेश है। मेहनत करो, मेहनत करके जो कमावांगे उहदे विच गुजारा करना साडा फर्ज बनता है। पर बंदा हुण धर्म के नां ते होर काम करी जावे ते उस मालक परमात्मा नूं याद ना करे, ते उहनूं छड्ड के अपनी जिंदगी दे विच विकार पैदा कर लवे, ते फिर सतगुर जी किरपा करदे, हंकार दे विच बजे हुए तेरे काम किसी भी कारज नहीं, कुछ भी सफल नहीं होने वाला। क्योंकि गत नानक जप एक हर नाम, असल दे विच तैनूं गत अवस्था तेरी उदों ही उच्ची होनी है जदों तू एक परमात्मा के नाम नूं सिमरेंगा। रूपवंत होई नाही मोहै, प्रभ की जोत सगल घट सोहै। हुण बंदा अपने रूप का ध्यान हंकार करी जाता है। रूपवंत, रूपवंत तो भाव इधर दिता होया भी सुंदर होने ते अपनी सुंदरता उत्ते कोई मस्त ना होवे। ये तो वाहिगुरू की जोत है जो सारियां विच सोहनी लग रही है। रूप दिता होया है, ठीक है, पर उहदा बंदे दे अंदर हंकार ना होवे, ते ये ना होवे भी हाँ मेरी सुंदरता मेरी है। वो तो मालक परमात्मा सारियां दे विच वो समाया होया है, उहदी दिती हुई ये दात है। रूपवंत हुई नाही मोह है, प्रभ की जोत सगल घट सो है। सारियां दे अंदर मालक की जोत है। धनवंता हुए क्या को करबै, जा सब किछ तिसका दिया दरबै। हुण बंदे नूं दूजी चीज़ का हंकार हुंदा, धन का, पैसे का।
ਤੇ ਸਤਿਗੁਰੂ ਜੀ ਕਿਰਪਾ ਕਰਦੇ ਵੀ ਧਨ ਦਾ ਤੂੰ ਕਿਸ ਗੱਲ ਦਾ ਗੁਮਾਨ ਕਰਦਾ ਪਿਆ, ਕਿਉਂਕਿ ਉਹ ਤੇ ਸਭ ਕੁਝ ਉਹਦਾ ਦਿੱਤਾ ਹੋਇਆ ਨਾ। ਜੋ ਤੂੰ ਧਨ ਵਰਤਦਾ ਪਿਆ, ਜੋ ਤੂੰ ਸਰੀਰ ਵਰਤਦਾ ਪਿਆ, ਸਭ ਕੁਝ ਉਸ ਦਾ ਦਿੱਤਾ ਹੋਇਆ। ਪਿੱਛੇ ਵੀ ਆਪਾਂ ਪੜ੍ਹਿਆ ਸੀ, ਉਹ ਮਾਲਕ ਪਰਮਾਤਮਾ ਸ਼ਾਹ ਏ, ਤੇ ਜਿਹਨੂੰ ਸਾਨੂੰ ਵਰਤਣ ਦੇ ਲਈ ਕੁਝ ਕੁ ਚੀਜ਼ਾਂ ਦਿੱਤੀਆਂ ਹੋਈਆਂ ਨੇ, ਭਾਈ ਤੂੰ ਆ ਵਰਤ ਲੈ। ਤੇ ਬੰਦਾ ਉਹਨਾਂ ਚੀਜ਼ਾਂ ਨੂੰ ਆਪਣੀਆਂ ਸਮਝ ਕੇ ਬਹਿ ਗਿਆ, ਤੇ ਜਦੋਂ ਉਹ ਮਾਲਕ ਉਹ ਚੀਜ਼ਾਂ ਨੂੰ ਲੈਂਦਾ ਤੇ ਬੰਦਾ ਫਿਰ ਰੋਸ ਕਰਦਾ, ਆਪਣਾ ਵਿਸ਼ਵਾਸ ਜਿਹੜਾ ਖੋਹ ਲੈਂਦਾ, ਭਰੋਸਾ ਗਵਾ ਲੈਂਦਾ। ਉਹੀ ਚੀਜ਼ ਹੈ ਵੀ ਤਨਵੰਤਾ ਹੋਈ ਕਿਆ ਕੋ ਗਰਬੈ, ਵੀ ਹੇ ਭਾਈ ਧਨਵਾਨ ਧਨਾੜ ਹੋ ਕੇ ਤੂੰ ਕਿਸ ਚੀਜ਼ ਦਾ ਹੰਕਾਰ ਕਰਦਾ ਪਿਆ, ਜਾਂ ਸਭ ਕੁਛ ਤਿਸਕਾ ਦਿਆ ਦਰਬੈ। ਸਭ ਕੁਝ ਉਸ ਮਾਲਕ ਦਾ ਦਿੱਤਾ ਹੋਇਆ। ਦਰਬੈ ਦਾ ਅਰਥ ਹੈ ਧਨ। ਧਨ ਉਸ ਮਾਲਕ ਦਾ ਦਿੱਤਾ ਹੋਇਆ। ਅਤ ਸੂਰਾ ਜੇ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹ ਧਾਵੈ। ਹੁਣ ਬੰਦਾ ਆਪਣੇ ਆਪ ਨੂੰ ਸੂਰਮਾ ਕਹੀ ਜਾਵੇ, ਮੇਰੇ ਵਰਗਾ ਕੋਈ ਸੂਰਮਾ ਨਹੀਂ। ਉਹ ਸੰਸਾਰ ਦੇ ਲੋਕਾਂ ਉੱਤੇ ਜ਼ੋਰ ਵਿਖਾ ਸਕਦਾ ਹੈ, ਪਰ ਪਰਮਾਤਮਾ ਦੀ ਕਲਾ ਦੇ ਅੱਗੇ ਸਭ ਜਿਹੜੇ ਸੂਰਮੇ ਨੇ ਉਹ ਢਹਿ ਜਾਂਦੇ ਨੇ। ਪ੍ਰਭ ਕੀ ਕਲਾ ਬਿਨਾ ਕਹ ਧਾਵੈ, ਉਹਦੇ ਤੋਂ ਬਿਨਾ, ਕਲਾ ਤੋਂ ਬਿਨਾ ਤੇਰੇ ਅੰਦਰ ਕੁਝ ਵੀ ਨਹੀਂ ਹੈ। ਇਹ ਬਲ ਵੀ ਤੇਰੇ ਖਤਮ ਹੋ ਜਾਣੇ ਨੇ, ਬਲ ਵੀ ਟੁੱਟ ਜਾਣੇ ਨੇ। ਜਿਸ ਚੀਜ਼ ਦਾ ਤੂੰ ਹੰਕਾਰ ਕਰ ਰਿਹਾ, ਜੇ ਕੋ ਹੋਈ ਬਹਿ ਦਾਤਾਰ, ਤਿਸ ਦੀਨ ਹਾਰ ਜਾਣਹਿ ਗਾਵਾਰ। ਹੁਣ ਕੋਈ ਬੰਦਾ ਦਾਤਾ ਬਣ ਕੇ ਬਹਿ ਜਾਵੇ, ਆਖੇ ਵੀ ਮੈਂ ਇੰਨੇ ਪਰਿਵਾਰਾਂ ਨੂੰ ਪਾਲ ਰਿਹਾ ਵਾ। ਕਈ ਵਾਰੀ ਬੰਦਾ ਹੁੰਦਾ ਨਾ, ਕਹਿੰਦਾ ਵੀ ਮੈਂ, ਮੇਰੇ ਕੋਲੋਂ ਜਾ ਰਿਹਾ, ਮੈਂ ਪਾਲਦਾ ਪਿਆ। ਤੇ ਫਿਰ ਸਤਿਗੁਰਾਂ ਨੇ ਸੁਚੇਤ ਕੀਤਾ ਵੀ ਜੇ ਕੋ ਹੋਈ ਬਹਿ ਦਾਤਾਰ, ਜੇਕਰ ਕੋਈ ਦਾਤਾ ਬਣ ਕੇ ਬਹਿ ਜਾਂਦਾ, ਤਿਸ ਦੇਨਹਾਰ ਜਾਣੈ ਗਵਾਰ। ਹੀ ਗਵਾਰ ਮਨੁੱਖ, ਉਸ ਦੇਨਹਾਰ ਮਾਲਕ ਪਰਮਾਤਮਾ ਨੂੰ ਯਾਦ ਕਰ, ਉਹਦੇ ਵੱਲ ਵੇਖ। ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ। ਗੁਰੂ ਦੀ ਕਿਰਪਾ ਦੇ ਨਾਲ ਜਿਸ ਦੇ ਅੰਦਰੋਂ ਇਹ ਰੋਗ ਖਤਮ ਹੋ ਜਾਂਦੇ ਨੇ, ਹਉਮੈ ਦਾ ਰੋਗ ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਨਾਨਕ ਸੋ ਜਨ ਸਦਾ ਅਰੋਗ, ਉਹ ਜਿਹੜਾ ਜਨ ਹੈ ਸਦਾ ਦੇ ਲਈ ਅਰੋਗ ਹੋ ਜਾਂਦਾ ਹੈ। ਫਿਰ ਕੋਈ ਵੀ ਰੋਗ ਉਸ ਨੂੰ ਵਿਆਪਦਾ ਨਹੀਂ। ਜਿਉ ਮੰਦਰ ਕਿਉ ਥਮੈ ਥਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ। ਹੁਣ ਘਰ ਦੀ ਛੱਤ ਨੂੰ ਰੋਕਣ ਦੇ ਲਈ ਕੰਧਾਂ ਦੀ ਤੇ ਸਾਨੂੰ ਥੰਮਾਂ ਦੀ ਜ਼ਰੂਰਤ ਹੁੰਦੀ ਹੈ। ਪਿੱਲਰ ਅਸੀਂ ਕੱਢਦੇ ਹਾਂ, ਉਹਦੇ ਕਰਕੇ ਘਰਾਂ ਦੀਆਂ ਛੱਤਾਂ ਰੁਕੀਆਂ ਨੇ। ਤੇ ਜਿਹੜਾ ਮਨ ਰੂਪੀ ਸਾਡੀ ਛੱਤ ਹੈ, ਉਹਨੂੰ ਜੇਕਰ ਕੋਈ ਥੰਮ ਦੇ ਕੇ ਰੋਕ ਰਿਹਾ, ਟਿਕਾਊ ਦੇ ਵਿੱਚ ਲਿਆ ਰਿਹਾ, ਉਹ ਹੈ ਗੁਰੂ ਦਾ ਸ਼ਬਦ। ਨਹੀਂ ਤੇ ਮਨ ਭਟਕਦਾ ਰਹੇਗਾ, ਡਾਵਾਂ ਡੋਲ ਹੈ ਮਨ ਡੋਲਦਾ ਰਹਿੰਦਾ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਕਦੇ ਮਨ ਆਕਾਸ਼ ਤੱਕ ਉੱਚਾ ਚੜ੍ਹ ਜਾਂਦਾ ਹੈ, ਤੇ ਬਿਲਕੁਲ ਕਈ ਵਾਰੀ ਪਤਾਲ ਤੱਕ ਡਿੱਗ ਪੈਂਦਾ ਹੈ। ਕਈ ਵਾਰੀ ਇੰਨੀ ਚੜ੍ਹਦੀ ਕਲਾ ਦੇ ਵਿੱਚ ਵੀ ਇਹਦੇ ਵਰਗਾ ਕੋਈ ਬੰਦਾ ਹੀ ਨਹੀਂ। ਤੇ ਜਦੋਂ ਢਹਿੰਦੀ ਕਲਾ ਦੇ ਵਿੱਚ ਡਿੱਗਣ ਲੱਗਦਾ ਵੀ ਇੰਨਾ ਕੁ ਥੱਲੇ ਡਿੱਗ ਪੈਂਦਾ, ਅਸਲ ਦੇ ਵਿੱਚ ਫਿਰ ਕਹਿੰਦੇ ਵੀ ਸੱਚੀ ਦੀ ਇਹਦੇ ਵਰਗਾ ਕੋਈ ਬੰਦਾ। ਲੋਭੀ ਜੀੜਾ ਥਿਰਨਾ ਰਹਿਤ ਹੈ, ਲੋਭ ਕਰਨ ਵਾਲਾ ਇਹ ਜਿੰਦ ਕਦੇ ਵੀ ਥਿਰ ਨਹੀਂ ਰਹਿ ਸਕਦੀ। ਚਾਰੇ ਕੁੰਡਾ ਭਾਲੇ, ਚਾਰੇ ਹੀ ਕੁੰਡਾਂ ਦੇ ਵਿੱਚ ਇਹ ਭਾਲ ਕਰਦਾ ਰਹਿੰਦਾ ਹੈ। ਉਹੀ ਗੱਲ ਹੈ ਵੀ ਜਿਉ ਮੰਦਰ ਕੋ ਥੰਮੈ ਥੰਮਣ, ਜਿਵੇਂ ਘਰ ਦੀ ਛੱਤ ਨੂੰ ਰੋਕਣ ਦੇ ਲਈ, ਟਿਕਾਉਣ ਦੇ ਲਈ ਪਿੱਲਰਾਂ ਦੀ ਲੋੜ ਹੈ, ਇਸੇ ਪ੍ਰਕਾਰ ਜੇਕਰ ਮਨ ਨੂੰ ਰੋਕਣਾ ਹੈ, ਮਨ ਦੀ ਛੱਤ ਨੂੰ, ਤੇ ਉਹਦੇ ਲਈ ਗੁਰੂ ਦਾ ਸ਼ਬਦ ਇਸ ਨੂੰ ਰੋਕਣ ਦਾ ਕੰਮ ਕਰਦਾ ਹੈ।
ਜਿਉ ਪਾਖਾਨ ਨਾਭ ਚੜ੍ਹ ਤਰੈ, ਪ੍ਰਾਨੀ ਗੁਰੂ ਚਰਨ ਲਗਤ ਨਿਸਤਰੈ। ਪਾਖਾਨ ਦਾ ਅਰਥ ਹੈ ਪੱਥਰ। ਵੈਸੇ ਤੁਸੀਂ ਪਾਣੀ ਦੇ ਵਿੱਚ ਪੱਥਰ ਵਗਾਓ, ਉਹ ਡੁੱਬ ਜਾਂਦਾ ਹੈ, ਤੇ ਉਹਨੂੰ ਹੀ ਕਿਸੇ ਲੱਕੜ ਦੀ ਕਿਸ਼ਤੀ ਦੇ ਵਿੱਚ ਉੱਤੇ ਰੱਖ ਦੇਵੋ ਤੇ ਉਹਦੇ ਨਾਲ ਤਰ ਜਾਂਦਾ ਹੈ। ਇਸੇ ਪ੍ਰਕਾਰ ਜਿਹੜਾ ਜੀਵ ਹੈ, ਇਸ ਸੰਸਾਰ ਦੇ ਅੰਦਰ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ, ਤੇ ਜੇਕਰ ਇਹਨੂੰ ਹੀ ਨਾਮ ਰੂਪੀ ਬੇੜੇ ਦੇ ਉੱਤੇ ਚਾੜ੍ਹ ਦਈਏ ਤੇ ਇਹਦਾ ਜਿਹੜਾ ਪਾਰ ਉਤਾਰਾ ਹੋ ਜਾਂਦਾ ਹੈ। ਜਿਉ ਪਾਖਾਨ ਨਾਭ ਚੜ੍ਹ ਤਰੈ, ਜਿਵੇਂ ਪੱਥਰ ਬੇੜੀ ਤੇ ਚੜ੍ਹ ਕੇ ਤਰ ਜਾਂਦਾ ਹੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ, ਤਿਵੇਂ ਜਿਹੜਾ ਪ੍ਰਾਣੀ ਹੈ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਜਿਉ ਅੰਧਕਾਰ ਦੀਪਕ ਪਰਗਾਸਾ, ਜਿਉ ਅੰਧਕਾਰ ਦੀਪਕ ਪਰਗਾਸ, ਗੁਰ ਦਰਸ਼ਨ ਦੇਖ ਮਨ ਹੋਈ ਵਿਗਾਸ। ਜਿਵੇਂ ਹਨੇਰੇ ਨੂੰ ਦੀਪਕ ਚਾਨਣ ਦੂਰ ਕਰਦਾ ਹੈ, ਗੁਰ ਦਰਸ਼ਨ ਦੇਖ ਮਨ ਹੋਈ ਵਿਗਾਸ, ਇਸੇ ਪ੍ਰਕਾਰ ਮਨ ਰੂਪੀ ਜਿਹੜਾ ਹਨੇਰਾ ਹੈ, ਇਹਦੇ ਅੰਦਰ ਗੁਰੂ ਰੂਪੀ ਗਿਆਨ ਰੂਪੀ ਜਿਹੜਾ ਦੀਵਾ ਹੈ, ਇਹ ਬਾਲੋਗੇ ਤੇ ਅੰਦਰ ਪ੍ਰਕਾਸ਼ ਹੋ ਜਾਵੇਗਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦਰ, ਰਤਨ ਕੋਟੜੀ ਖੁੱਲੀ ਅਨੂਪਾ। ਅੰਦਰ ਪ੍ਰਕਾਸ਼ ਹੋ ਗਿਆ। ਇਹੋ ਜਿਹੇ ਰਤਨ ਹਿਰਦੇ ਦੇ ਵਿੱਚ ਆ ਕੇ ਵਸ ਗਏ, ਜਿਹੜੇ ਕੀਮਤੀ ਨੇ। ਮੱਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅੱਗੇ ਬੇਨਤੀ ਹੈ, ਗੁਰਾ ਇੱਕ ਦੇ ਬੁਝਾਈ। ਬੇਨਤੀ ਕੀਤੀ ਗਈ ਹੈ ਵੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵੀ ਜਦੋਂ ਗੁਰੂ ਅੰਦਰ ਆਪਣਾ ਦੀਵਾ ਬਾਲਦਾ ਹੈ, ਗਿਆਨ ਦਾ ਪ੍ਰਕਾਸ਼ ਕਰਦਾ ਹੈ, ਉਹਦੇ ਨਾਲ ਅਗਿਆਨਤਾ ਰੂਪੀ ਵਹਿਮਾਂ ਰੂਪੀ ਜਿਹੜਾ ਹਨੇਰਾ ਹੈ, ਹਨੇਰਾ ਖਤਮ ਹੋ ਜਾਂਦਾ ਹੈ, ਉੱਡ ਜਾਂਦਾ ਹੈ। ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਜਿਵੇਂ ਸੰਘਣੇ ਜੰਗਲ ਦੇ ਵਿੱਚੋਂ ਕਿਸੇ ਨੂੰ ਕੋਈ ਟਿਕਾਣਾ ਲੱਭ ਜਾਵੇ, ਕੋਈ ਨਗਰ ਲੱਭ ਜਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਇਸੇ ਪ੍ਰਕਾਰ ਸਾਧੂ ਜਨਾਂ ਦੀ ਸੰਗਤ ਦੇ ਵਿੱਚੋਂ ਉਸ ਮਾਲਕ ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਹੈ ਉਹ ਹੁੰਦਾ ਹੈ। ਤਿਨ ਸੰਤਨ ਕੀ ਬਾਂਛੋ ਤੂਰ, ਨਾਨਕ ਕੀ ਹਰ ਲੋਚਾ ਪੂਰ। ਨਾਨਕ ਦੇ ਮਨ ਦੀ ਇਹ ਤਾਂਘ ਹੈ ਵੀ ਉਹ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਜਾਵੇ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ। ਮਨ ਮੂਰਖ ਕਾਹੀ ਬਿਲ ਲਾਈਐ, ਪੂਰਬ ਲਿਖੇ ਕਾ ਲਿਖਿਆ ਪਾਈਐ। ਹੀ ਮਨਾ ਮੂਰਖਾ, ਕਿਉਂ ਤੂੰ ਬਿਲਕਦਾ ਪਿਆ? ਬਿਲ ਲਾਈਐ, ਪੁਕਾਰ ਕਰ, ਮਾਲਕ ਦੇ ਅੱਗੇ ਪੁਕਾਰ ਕਰ। ਪੂਰਬ ਲਿਖੇ ਕਾ ਲਿਖਿਆ ਪਈਐ, ਵੀ ਜੋ ਤੂੰ ਪਹਿਲਾਂ ਕੰਮ ਕੀਤੇ ਨੇ, ਜੋ ਤੇਰੇ ਪੂਰਵ ਕਰਮਾਂ ਲਿਖੇ ਨੇ, ਉਹਦਾ ਤੂੰ ਭੋਗ ਰਿਹਾ, ਉਹਦਾ ਫਲ ਤੂੰ ਭੋਗ ਰਿਹਾ। ਜੋ ਤੂੰ ਕਰ ਚੁੱਕਾ ਉਹਦਾ ਫਲ ਤੂੰ ਭੋਗਦਾ ਪਿਆ। ਪਿਆਰ ਵਾਲੇ, ਜੋ ਅਸੀਂ ਅੱਜ ਕਰਾਂਗੇ ਇਹਦਾ ਕੱਲ੍ਹ ਨੂੰ ਜਾ ਕੇ ਸਾਨੂੰ ਫਲ ਮਿਲਣਾ ਹੈ। ਜੋ ਅਸੀਂ ਕਰ ਚੁੱਕੇ ਹਾਂ ਉਹਦਾ ਫਲ ਅੱਜ ਮਿਲ ਰਿਹਾ ਹੈ, ਤੇ ਜੋ ਅਸੀਂ ਅੱਜ ਕਰਾਂਗੇ ਇਹਦਾ ਫਲ ਕੱਲ੍ਹ ਮਿਲਣਾ ਹੈ। ਪੁਰਬ ਪਿਛਲੇ ਜਿਹੜੇ ਕਰਮ ਨੇ, ਪੁਰਬ ਲਿਖੇ ਕਾ ਲਿਖਿਆ ਪਈ ਹੈ, ਤੇ ਉਸ ਲੇਖ ਨੂੰ ਕੋਈ ਮਿਟਾ ਨਹੀਂ ਸਕਦਾ। ਉਹਦੇ ਕਰਕੇ ਜੇਕਰ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੈ ਨਾ, ਉਹ ਤੇਰੇ ਕੀਤੇ ਹੋਏ ਕੰਮਾਂ ਦੇ ਕਰਕੇ ਆ। ਦੁੱਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਦੁੱਖ ਸੁਖ ਪ੍ਰਭੂ ਦੇਣ ਵਾਲਾ ਹੈ, ਏਪੇ ਦਾਤ ਤੇਰੀ ਦਾਤਾਰ।
ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਕੀਤਿਆਂ ਦੁੱਖ ਭੁੱਖ ਸਦ ਮਾਰ। ਦੁੱਖ ਉਹਦੇ ਦਿੱਤੇ ਹੋਏ, ਭੁੱਖ ਉਹਦੀ ਦਿੱਤੀ ਹੋਈ ਹੈ, ਇਹ ਵੀ ਉਹਦੀਆਂ ਦਾਤਾਂ ਨੇ। ਜੇਕਰ ਬੰਦਾ ਇਸ ਨੂੰ ਦਾਤਾਂ ਕਰਕੇ ਸਮਝੇਗਾ ਤੇ ਇਹਦੇ ਵਿੱਚ ਫਿਰ ਬੰਦਾ ਗੁਲਤਾਨ ਨਹੀਂ ਹੁੰਦਾ, ਫਸਦਾ ਨਹੀਂ ਹੈ। ਬਸ ਇਹ ਸਮਝੇਗਾ ਵੀ ਦੁੱਖ ਆਇਆ ਕੱਲ੍ਹ ਨੂੰ ਸੁੱਖ ਵੀ ਆਵੇਗਾ, ਸੁੱਖ ਆਇਆ ਤੇ ਕੱਲ੍ਹ ਨੂੰ ਦੁੱਖ ਵੀ ਆਉਣਾ। ਉਹ ਸੁੱਖ ਦੇ ਵਿੱਚ ਵੀ ਘਬਰਾਉਂਦਾ ਨਹੀਂ, ਜ਼ਿਆਦਾ ਖੁਸ਼ ਨਹੀਂ ਹੁੰਦਾ। ਤੇ ਜੇਕਰ ਕਿਤੇ ਦੁੱਖ ਆ ਜਾਵੇ, ਬਿਪਤਾ ਆਣ ਪਵੇ, ਤੇ ਬਿਪਤਾ ਦੇ ਵਿੱਚ ਵੀ ਉਹ ਜ਼ਿਆਦਾ ਘਬਰਾਉਂਦਾ ਨਹੀਂ, ਕਿਉਂਕਿ ਦੁੱਖ ਤੇ ਸੁੱਖ ਇਹ ਦੋਵੇਂ ਦਾਤਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਨੇ। ਇਹ ਦੁੱਖ ਵੀ ਉਹਦਾ, ਦੁੱਖ ਸੁੱਖ ਪ੍ਰਭ ਦੇਵਨਹਾਰ, ਦੁੱਖ ਸੁੱਖ ਪਰਮਾਤਮਾ ਦੇਣ ਵਾਲਾ ਹੈ। ਅਵਰ ਤਿਆਗ ਤੂੰ ਤਿਸੈ ਚਿਤਾਰ, ਹੋਰਨਾਂ ਨੂੰ ਛੱਡ ਕੇ ਉਸ ਮਾਲਕ ਪਰਮਾਤਮਾ ਨੂੰ ਤੂੰ ਚੇਤੇ ਕਰ। ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੀ ਫਿਰੈ ਅਜਾਨ। ਹੇ ਭਾਈ, ਜੋ ਮਾਲਕ ਪਰਮਾਤਮਾ ਕਰ ਰਿਹਾ ਹੈ ਉਸ ਨੂੰ ਹੀ ਤੂੰ ਸੁਖ ਮਾਨ, ਉਹਨੂੰ ਹੀ ਤੂੰ ਜਾਣ। ਭੂਲਾ ਕਾਹੀ ਫਿਰੈ ਅਜਾਨ, ਹੇ ਅਜਾਨ ਮਨੁੱਖ, ਕਿਉਂ ਤੂੰ ਭੁੱਲਿਆ ਫਿਰਦਾ, ਕਿਉਂ ਤੂੰ ਕਰਾਹੀ ਪਿਆ ਹੋਇਆ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ। ਕੌਣ ਬਸਤ ਆਈ ਤੇਰੇ ਸੰਗ, ਕਿਹੜੀ ਵਸਤੂ ਹੈ ਜਿਹੜੀ ਤੇਰੇ ਨਾਲ ਆਈ ਹੈ। ਕੌਣ ਬਸਤ ਆਈ ਤੇਰੇ ਸੰਗ, ਤੇ ਲਪਟ ਰਹਿਓ। ਬੰਦਾ ਜਫੇ ਮਾਰ ਰਿਹਾ ਨਾ, ਸਾਰਿਆਂ ਨੂੰ ਲਪਟਦਾ ਪਿਆ, ਸਾਰੀਆਂ ਚੀਜ਼ਾਂ ਨੂੰ, ਵੀ ਆਹ ਵੀ ਮੇਰੀ ਹੈ, ਆਹ ਵੀ ਚੀਜ਼ ਮੇਰੀ ਹੈ, ਇਹ ਵੀ ਮੇਰੀ ਹੈ। ਤੇ ਸਤਿਗੁਰੂ ਦੀ ਕਿਰਪਾ ਕਰੇ, ਕਿਹੜੀ ਚੀਜ਼ ਹੈ ਜਿਹੜੀ ਤੇਰੇ ਨਾਲ ਆਈ? ਕੁਝ ਵੀ ਨਾਲ ਨਹੀਂ ਆਇਆ। ਪਰ ਬੰਦੇ ਦਾ ਮਨ ਇੰਨਾ ਕੁ ਲੋਭ ਦੇ ਵਿੱਚ ਫਸ ਚੁੱਕਾ ਹੈ, ਸਾਰੀਆਂ ਹੀ ਚੀਜ਼ਾਂ ਨੂੰ ਆਪਣੀ ਬਣਾਉਣਾ ਚਾਹੁੰਦਾ ਹੈ। ਲਪਟ ਰਹਿਓ ਰਸ ਲੋਭੀ ਪਤੰਗ, ਪਤੰਗੇ ਦੀ ਤਰ੍ਹਾਂ ਹੇ ਲੋਭੀ ਮਨੁੱਖ, ਤੂੰ ਕਿਉਂ ਇਹਨਾਂ ਚੀਜ਼ਾਂ ਦੇ ਨਾਲ ਲਪਟ ਰਿਹਾ, ਫਸ ਰਿਹਾ। ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਸੇਤੀ ਕਰ ਜਾਹੀ। ਹੇ ਭਾਈ, ਰਾਮ ਨਾਮ ਜਪ ਹਿਰਦੇ ਮਾਹੀ, ਇਹਨਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ। ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ, ਉਸ ਪਰਮਾਤਮਾ ਨੂੰ ਯਾਦ ਕਰ। ਕਿਉਂ? ਨਾਨਕ, ਹੇ ਨਾਨਕ, ਪਤ ਸੇਤੀ ਕਰ ਜਾਹੀ, ਆਪਣੀ ਪਤ ਦੇ ਨਾਲ, ਇੱਜ਼ਤ ਦੇ ਨਾਲ ਇਸ ਸੰਸਾਰ ਦੇ ਤੋਂ ਸੁਰਖਰੂ ਹੋ ਕੇ ਜਾਵੇਗਾ। ਇੱਜ਼ਤ ਸਭਨਾਂ ਨੂੰ ਪਿਆਰੀ ਹੈ, ਹਰੇ ਕੋਈ ਇੱਜ਼ਤ ਚਾਹੁੰਦਾ ਹੈ, ਹਰੇ ਕੋਈ ਸ਼ੋਭਾ ਚਾਹੁੰਦਾ ਹੈ। ਇੱਕ ਦੁਨਿਆਵੀ ਇੱਜ਼ਤ ਹੈ, ਇੱਕ ਜਿਹੜੀ ਇਸ ਸੰਸਾਰ ਦੇ ਤੋਂ ਖੱਟ ਕੇ ਅਸੀਂ ਆਪਣੇ ਨਾਲ ਲੈ ਕੇ ਜਾਣੀ ਹੈ। ਲੋਕ ਦੁਨੀਆ ਦੀਆਂ ਸ਼ੋਭਾ ਖਰੀਦ ਸਕਦੇ ਨੇ, ਪ੍ਰਾਪਤ ਕਰ ਸਕਦੇ ਨੇ, ਪਰ ਅਸਲ ਦੇ ਵਿੱਚ ਜਿਹੜੀ ਸ਼ੋਭਾ ਖੱਟ ਕੇ ਅਸੀਂ ਸੰਸਾਰ ਤੋਂ ਜਾਣਾ ਹੈ, ਉਹ ਕੋਈ ਵਿਰਲਾ ਟਾਵਾਂ ਹੀ ਖੱਟਦਾ ਹੈ। ਤੇ ਉਹ ਖੱਟਦੇ ਕਿਹੜੇ ਨੇ? ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕੀਤਾ, ਉਹਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਦੇ ਨੇ, ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਚੱਲਦੇ ਨੇ, ਤੇ ਪਿਆਰ ਵਾਲੇ ਉਹੀ ਫਿਰ ਸੰਸਾਰ ਦੇ ਉੱਤੋਂ ਸੁਰਖਰੂ ਹੋ ਕੇ ਜਾਂਦੇ ਨੇ। ਕਿਸੇ ਪ੍ਰਕਾਰ ਦਾ ਕੋਈ ਭਾਰ ਲੈ ਕੇ ਨਹੀਂ ਸੰਸਾਰ ਤੋਂ ਜਾਂਦੇ, ਬਿਲਕੁਲ ਸੁਰਖਰੂ ਹੋ ਕੇ। ਤੇ ਇੱਥੇ ਉਹੀ ਹੈ ਵੀ ਨਾਨਕ ਪਤ ਸੇਤੀ ਕਰ ਜਾਹੀ। ਤੇ ਹੁਣ ਇੱਜ਼ਤ ਦੇ ਨਾਲ ਮਾਲਕ ਦੇ ਦਰ ਤੇ ਕਿਵੇਂ ਜਾਇਆ ਜਾ ਸਕਦਾ? ਇੱਜ਼ਤ ਖੱਟ ਕੇ ਕਿਵੇਂ ਸੰਸਾਰ ਤੋਂ ਜਾਈਏ? ਪਤ ਆਪਣੇ ਨਾਲ ਕਿਵੇਂ ਲੈ ਕੇ ਜਾਈਏ? ਪਤ ਤਾਂ ਜਾਵੇਗੀ ਵੀ ਰਾਮ ਨਾਮ ਜਪ ਹਿਰਦੇ ਮਾਹੀ। ਜੇਕਰ ਮਨੁੱਖ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪੇਗਾ, ਹਿਰਦੇ ਦੇ ਅੰਦਰ ਵਸਾ ਲਵੇਗਾ,
ਜਿਸ ਵਖਰ ਕਉ ਲੈਨ ਤੂੰ ਆਇਆ। RAM ਨਾਮ ਸੰਤਨ ਕਰ ਪਾਇਆ। ਵਖਰ ਦਾ ਅਰਥ ਹੈ ਵਪਾਰ, ਕੋਈ ਚੀਜ਼, ਸੌਦਾ। ਕਹਿੰਦੇ ਜਿਸ ਸੌਦੇ ਨੂੰ ਤੂੰ ਲੈਣ ਦੇ ਲਈ ਇਸ ਸੰਸਾਰ ਦੇ ਉੱਤੇ ਆਇਆ। ਅਸੀਂ ਦੁਕਾਨ ਦੇ ਉੱਤੇ ਸੌਦਾ ਲੈਣ ਲਈ ਜਾਂਦੇ ਹਾਂ, ਉਹ ਉਸੇ ਹੀ ਦੁਕਾਨ ਦੇ ਉੱਤੋਂ ਮਿਲੇਗਾ ਜਿਸ ਦੀ ਉਹ ਦੁਕਾਨ ਹੋਵੇਗੀ। ਮਨਿਆਰੀ ਦਾ ਸਮਾਨ ਮਨਿਆਰੀ ਕੋਲੋਂ ਮਿਲੇਗਾ, ਕਰਿਆਨੇ ਦਾ ਸਮਾਨ ਕਰਿਆਨੇ ਵਾਲੇ ਕੋਲੋਂ ਮਿਲੇਗਾ। ਹੋਰ ਜਿਹੜੀ ਵੀ ਚੀਜ਼ ਲੈਣੀ ਹੈ, ਕੋਈ ਕੱਪੜੇ ਲੈਣੇ ਨੇ, ਕੋਈ ਖਾਣ ਵਾਲੀ ਚੀਜ਼ ਲੈਣੀ ਹੈ, ਉਸੇ ਹੀ ਦੁਕਾਨ ਤੋਂ ਮਿਲਣਗੇ ਜਿਹੜੀ ਉਹ ਦੁਕਾਨ ਹੋਵੇਗੀ। ਤੇ ਇੱਕ ਸੰਸਾਰ ਦੇ ਉੱਤੇ ਬੰਦਾ ਵਪਾਰ ਕਰਨ ਦੇ ਲਈ ਆਇਆ, ਸੌਦਾ ਲੈਣ ਦੇ ਲਈ ਆਇਆ। ਉਹ ਸੌਦਾ ਕਿਹੜਾ ਹੈ? RAM ਨਾਮ ਸੰਤਨ ਕਰ ਪਾਇਆ। ਤੇ ਉਹ ਦੁਕਾਨ ਹੈ ਪਰਮਾਤਮਾ ਦੇ ਸੇਵਕਾਂ ਦਾ ਦਰ, ਗੁਰੂ ਦੀ ਸੰਗਤ। ਇਹ ਸਤ ਦੀ ਜਿਹੜੀ ਸੰਗਤ ਹੈ, ਇਹ ਦੁਕਾਨ ਹੈ। ਇਸ ਜਗ੍ਹਾ ਦੇ ਉੱਤੋਂ ਪਰਮਾਤਮਾ ਦੇ ਨਾਮ ਰੂਪੀ ਜਿਹੜਾ ਸੌਦਾ ਹੈ ਉਹ ਅਸੀਂ ਖਰੀਦਣਾ ਹੈ। ਤਜ ਅਭਿਮਾਨ ਲਿਹੋ ਮਨ ਮੋਲ, RAM ਨਾਮ ਹਿਰਦੇ ਮੈਂ ਤੋਲ। ਹੁਣ ਮਨੁੱਖ ਸੰਸਾਰ ਦੀ ਕਿਸੇ ਵੀ ਦੁਕਾਨ 'ਤੇ ਗਿਆ, ਉੱਥੋਂ ਜਾ ਕੇ ਹੁਣ ਸੌਦਾ ਲੈਣਾ, ਤੇ ਸੌਦੇ ਲਈ ਕੁਝ ਪੈਸੇ ਵੀ ਦੇਣੇ ਪੈਣਗੇ, ਕੁਝ ਨਾ ਕੁਝ ਚੀਜ਼ ਉਹਨੂੰ ਦੇਣੀ ਪਵੇਗੀ ਜਿਹਦੇ ਵੱਟੇ ਸੌਦਾ ਮਿਲਣਾ ਹੈ। ਤੇ ਹੁਣ ਜੇਕਰ ਸੱਚ ਦੇ ਨਾਮ ਦੇ ਸੌਦੇ ਨੂੰ ਖਰੀਦਣਾ ਹੈ ਤੇ ਉਹਦੇ ਲਈ ਹੁਣ ਵਾਪਸੀ ਦੇ ਵਿੱਚ ਕੁਝ ਨਾ ਕੁਝ ਚੀਜ਼ ਦੇਣੀ ਪਵੇਗੀ ਸਾਨੂੰ। ਤੇ ਸਤਿਗੁਰੂ ਜੀ ਕਿਰਪਾ ਕਰਦੇ। ਤਜ ਅਭਿਮਾਨ, ਸਭ ਤੋਂ ਪਹਿਲਾਂ ਤੇ ਆਪਣੇ ਹੰਕਾਰ ਨੂੰ ਛੱਡ, ਤੇ ਲੇਹੋ ਮਨ ਮੋਲ, ਮਨ ਵੇਚ ਕੇ, ਮਨ ਮੁੱਲ ਦੇ ਕੇ ਇਹ ਜਿਹੜੀ ਚੀਜ਼ ਹੈ ਇਸ ਨੂੰ ਪ੍ਰਾਪਤ ਕਰ ਲੈ। RAM ਨਾਮ ਹਿਰਦੇ ਮੈਂ ਤੋਲ। ਹਿਰਦੇ ਰੂਪੀ ਤਕੜੀ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਹੈ, ਉਸ ਨੂੰ ਤੂੰ ਤੋਲ ਲੈ, ਪ੍ਰਾਪਤ ਕਰ ਲੈ। ਲਾਦ ਖੇਪ ਸੰਤਾਂ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ। ਹੁਣ ਇਸ ਚੀਜ਼ ਨੂੰ ਲੱਦ ਲੈ। ਲੱਦਣਾ ਕਿਹਦੇ ਵਿੱਚ ਹੈ? ਸੰਤਾਂ ਸੰਗ ਚਾਲ। ਇਸ ਨਾਮ ਰੂਪੀ ਖਜ਼ਾਨੇ ਨੂੰ ਲੱਦ ਕੇ ਸੰਤ ਜਨਾਂ ਦੀ ਸੰਗਤ ਕਰ। ਜਦੋਂ ਉਹਦੀ ਸੰਗਤ ਦੇ ਵਿੱਚ ਉਹਨਾਂ ਦੇ ਹੁਕਮ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ, ਅਵਰ ਤਿਆਗ, ਬਾਕੀ ਸਭ ਕੁਝ ਛੱਡ ਦੇ। ਵਿਖਿਆ ਜੰਜਾਲ, ਮਾਇਆ ਦਾ ਜਿਹੜਾ ਮੋਹ ਹੈ, ਉਹ ਪਦਾਰਥ ਜਿਹੜੇ ਰੱਬ ਦੇ ਨਾਲੋਂ ਸਾਨੂੰ ਤੋੜ ਰਹੇ ਨੇ। ਪਰਿਵਾਰ ਨੂੰ ਛੱਡਣ ਦੀ ਗੱਲ ਨਹੀਂ ਕੀਤੀ ਇੱਥੇ। ਇੱਥੇ ਉਹ ਚੀਜ਼ਾਂ ਜਿਹੜੀਆਂ ਰੱਬ ਦੇ ਨਾਲੋਂ ਸਾਨੂੰ ਤੋੜਦੀਆਂ ਨੇ, ਉਹਨਾਂ ਨੂੰ ਛੱਡ ਦੇ। ਇਹੋ ਜਿਹੇ ਜੰਜਾਲਾਂ ਨੂੰ ਛੱਡ ਕੇ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰਕੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਤੂੰ ਚੱਲ ਪੈ। ਧਨ ਧਨ ਕਹਿ ਸਭ ਕੋਈ, ਮੁਖ ਉਜਲ ਹਰ ਦਰਗਾਹ ਸੋਈ। ਜੇਕਰ ਕੋਈ ਇਸ ਤਰੀਕੇ ਦੇ ਨਾਲ ਚੱਲ ਪੈਂਦਾ ਹੈ, ਇਸ ਰਸਤੇ ਦੇ ਉੱਤੇ ਚੱਲਦਾ ਵੀ ਲੋਕ ਉਹਨੂੰ ਸ਼ੋਭਾ ਦਿੰਦੇ ਨੇ। ਹੁਣ ਮੰਨ ਲਓ ਵੀ ਘਰੋਂ ਕੋਈ ਪਰਿਵਾਰ ਦਾ ਮੈਂਬਰ ਕਿਸੇ ਦੁਕਾਨ ਦੇ ਉੱਤੇ ਗਿਆ ਸੌਦਾ ਲੈਣ ਦੇ ਲਈ, ਸੌਦਾ ਲਿਆ ਨਹੀਂ ਤੇ ਵਾਪਸ ਆ ਗਿਆ, ਤੇ ਘਰ ਆ ਕੇ ਸ਼ੋਭਾ ਮਿਲੇਗੀ? ਅਸੀਂ ਆਖਾਂਗੇ ਭਾਈ ਤੈਨੂੰ ਸੌਦਾ ਲੈਣ ਲਈ ਭੇਜਿਆ, ਤੂੰ ਸੌਦਾ ਨਹੀਂ ਲੈ ਕੇ ਆਇਆ। ਕੁਝ ਗੁੱਸੇ ਦੇ ਵਿੱਚ ਮਾੜੇ ਵੀ ਬੋਲਾਂਗੇ, ਬੜਾ ਕੁਝ ਬੋਲਾਂਗੇ, ਕਬੋਲ ਵੀ ਬੋਲਾਂਗੇ। ਤੇ ਪਿਆਰ ਵਾਲਿਓ, ਬੰਦਾ ਸੰਸਾਰ ਦੇ ਉੱਤੇ ਆਇਆ ਵੀ ਨਾਮ ਰੂਪੀ ਸੌਦਾ ਲੈਣ ਦੇ ਲਈ, ਤੇ ਸੌਦੇ ਦਾ ਪਰ ਰਸਤਾ ਵੀ ਪਤਾ ਵੀ ਕਿਸ ਜਗ੍ਹਾ ਦੇ ਉੱਤੋਂ, ਕਿਸ ਦੁਕਾਨ ਦੇ ਉੱਤੋਂ ਸੌਦਾ ਮਿਲਣਾ ਹੈ। ਤੇ ਫਿਰ ਵੀ ਨਾ ਬੰਦਾ ਸੌਦਾ ਲੈ ਕੇ ਜਾਵੇ, ਤੇ ਫਿਰ ਉਹ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਕਿਵੇਂ ਹੋ ਸਕਦਾ ਹੈ? ਤੇ ਜਿਨ੍ਹਾਂ ਨੇ ਇਸ ਸੌਦੇ ਨੂੰ ਖਰੀਦ ਲਿਆ, ਇਹ ਸੌਦਾ ਲੈ ਲਿਆ, ਧਨ ਧਨ ਕਹਿ ਸਭ ਕੋਈ, ਸਾਰੇ ਲੋਕ ਉਹਨਾਂ ਨੂੰ ਧਨਤਾ ਦੇ ਯੋਗ ਕਹਿੰਦੇ ਨੇ। ਉਹਨਾਂ ਦੇ ਪਰਥਾਈ ਮਿੱਠੇ ਬੋਲ ਬੋਲਦੇ ਨੇ। ਜੋ ਪਰਮਾਤਮਾ ਦੇ ਸੇਵਕ ਹੁੰਦੇ ਨੇ, ਸੰਤ ਜਨ ਹੁੰਦੇ ਨੇ,
ਅਸੀਂ ਕਹਿੰਦੇ ਹਾਂ ਕਦੇ ਵੀ ਮਾੜਾ ਬੋਲ ਨਾ ਬੋਲੋ, ਇਹ ਸਾਧੂ ਹੈ, ਫਕੀਰ ਹੈ, ਪਤਾ ਨਹੀਂ ਕਿੰਨੀ ਕੁ ਕਰਨੀ ਵਾਲਾ ਹੈ। ਇਹ ਗੱਲ ਹੈ ਨਾ, ਸ਼ੋਭਾ ਹੀ ਦਿੰਦੇ। ਧਨ ਧਨ ਕਹਿ ਸਭ ਕੋਈ, ਜਿਹੜਾ ਵੀ ਮਿਲੇਗਾ ਹਰ ਕੋਈ ਧਨਤਾ ਦੇ ਯੋਗ ਹੀ ਆਖੇਗਾ। ਭਾਈ ਤੁਸੀਂ ਧਨਤਾ ਦੇ ਯੋਗ ਹੋ। ਕਈ ਵਾਰੀ ਤੁਸੀਂ ਜਾਂਦੇ ਹੋਵੋ ਨਾ, ਕਈ ਵਾਰੀ ਮੈਂ ਸੁਣਿਆ, ਇਹ ਸ਼ਬਦ ਸੁਣੇ ਨੇ ਵੀ ਤੁਸੀਂ ਤੇ ਵੱਡਿਆਂ ਭਾਗਾਂ ਵਾਲੇ ਹੋ, ਵੀ ਗੁਰਦੁਆਰੇ ਤੁਰ ਜਾਂਦੇ ਹੋ 2 ਟਾਈਮ। ਸਾਡੇ ਤੇ ਇੰਨੇ ਮਾੜੇ ਕਰਮ, ਸਾਡੇ ਤੋਂ ਜਾਇਆ ਨਹੀਂ ਜਾਂਦਾ। ਇੱਕ ਕਦਮ ਗੁਰੂ ਦੇ ਵੱਲ ਪੁੱਟ ਰਹੇ ਹਾਂ ਅਸੀਂ, ਤੇ ਕੇਵਲ ਇੱਕ ਕਦਮ ਗੁਰੂ ਦੇ ਵੱਲ ਪੁੱਟਿਆ ਤੇ ਲੋਕ ਸ਼ੋਭਾ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਤੁਸੀਂ ਬਾਣੀ ਪੜ੍ਹ ਲੈਂਦੇ ਹੋ, ਸਾਡੇ ਕੋਲ ਸਮਾਂ ਨਹੀਂ ਹੁੰਦਾ। ਤੇ ਜੇਕਰ ਉਹਦੇ ਰਸਤੇ ਦੇ ਉੱਤੇ ਚੱਲ ਪਈਏ ਤੇ ਫਿਰ ਇਹ ਜਿੰਨਾ ਜਗਤ ਹੈ, ਸੰਸਾਰ ਹੈ, ਇਹ ਸਭ ਉਸਤਤ ਕਰੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਸੱਚੇ ਦੇ ਰਸਤੇ ਦੇ ਉੱਤੇ ਚੱਲ ਕੇ ਵੇਖੋ, ਸੱਚ ਦੇ ਰਸਤੇ ਦੇ ਉੱਤੇ ਚੱਲ ਕੇ ਵੇਖੋ, ਫਿਰ ਇੱਕ ਨਹੀਂ, 2 ਨਹੀਂ, ਇੱਕ ਨਗਰ ਨਹੀਂ, ਇੱਕ ਸ਼ਹਿਰ ਨਹੀਂ, ਹਰ ਜਗ੍ਹਾ ਦੇ ਉੱਤੇ ਤੁਹਾਡੀ ਸ਼ੋਭਾ ਹੋਵੇਗੀ। ਹਰ ਜਗ੍ਹਾ ਦੇ ਉੱਤੇ ਸੰਤ ਜਨਾਂ ਦੀ ਸ਼ੋਭਾ ਹੁੰਦੀ ਹੈ। ਧਨ ਧਨ ਕਹਿ ਸਭ ਕੋਈ, ਹਰੇ ਕੋਈ ਧਨ ਧਨ ਆਖਦਾ ਹੈ, ਮੁਖ ਉਜਲ ਹਰ ਦਰਗਾਹ ਸੋਈ। ਉਹ ਫਿਰ ਸੰਸਾਰ ਦੇ ਅੰਦਰ ਹੀ ਧਨਤਾ ਦੇ ਯੋਗ ਨਹੀਂ ਹੁੰਦੇ, ਉਹ ਫਿਰ ਉਜਲ ਮੁਖ ਲੈ ਕੇ ਉਸ ਸੰਸਾਰ ਦੇ ਉੱਤੋਂ ਜਾਂਦੇ ਨੇ ਤੇ ਰੱਬ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਂਦੇ ਨੇ। ਇਹੀ ਵਪਾਰ ਵਿਰਲਾ ਵਾਪਾਰੈ, ਨਾ ਵਪਾਰ ਦਾ, ਇਸ ਸੌਦੇ ਦਾ ਜਿਹੜਾ ਵਪਾਰ ਕੋਈ ਵਿਰਲਾ ਹੀ ਕਰਦਾ ਹੈ, ਹਰੇਕ ਕੋਈ ਵਪਾਰ ਵੀ ਨਹੀਂ ਕਰ ਸਕਦਾ। ਤੇ ਜਿਹੜਾ ਇਸ ਚੀਜ਼ ਦਾ ਵਪਾਰ ਕਰਦਾ ਹੈ ਉਹ ਫਿਰ ਧਨਤਾ ਦੇ ਯੋਗ ਹੋ ਜਾਂਦਾ ਹੈ। ਉਹਦੇ ਉੱਤੋਂ ਬਲਿਹਾਰਨੇ ਜਾਣ ਤੇ ਜੀ ਕਰਦਾ, ਬਲਿਹਾਰਨੇ ਜਾਈਏ। ਚਰਨ ਸਾਧ ਕੇ ਧੋਈ ਧੋਈ ਪੀਓ, ਅਰਪ ਸਾਧ ਕਉ ਆਪਣਾ ਜੀਓ। ਸਾਧ ਦੇ ਆਪਾਂ ਉਦਨ ਵੀ ਅਰਥ ਕੀਤੇ ਸਨ, ਜੋ ਸਾਧ ਲਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਹੋ ਚੁੱਕੇ ਨੇ। ਕਹਿੰਦੇ ਭਾਈ ਸਾਧ ਚਰਨ ਸਾਧ ਕੇ ਧੋਈ ਧੋਈ ਪੀਓ, ਉਹਨਾਂ ਦੇ ਚਰਨਾਂ ਨੂੰ ਧੋ ਧੋ ਕੇ ਪੀ। ਅਰਪ ਸਾਧ ਕੋ ਆਪਣਾ ਜੀਓ, ਆਪਣਾ ਸਭ ਕੁਝ ਉਹਦੇ ਤੋਂ ਵਾਰ ਦੇ, ਸਭ ਕੁਝ ਅਰਪਣ ਕਰ ਦੇ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ। ਸਾਧੂ ਦੇ ਚਰਨਾਂ ਦੀ ਧੂੜ ਦੇ ਉੱਤੇ ਇਸ਼ਨਾਨ ਕਰ ਤੇ ਸਾਧੂ ਉੱਪਰ ਜਾਈਐ ਕੁਰਬਾਨ, ਤੇ ਸਾਧੂ ਦੇ ਉੱਪਰੋਂ ਸਦਾ ਹੀ ਬਲਿਹਾਰਨੇ ਜਾਓ, ਕੁਰਬਾਨ ਜਾਓ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਹੁਣ ਸਾਧ ਜਨਾਂ ਦੀ ਜਿਹੜੀ ਸੇਵਾ ਹੈ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਵੱਡੇ ਭਾਗਾਂ ਨਾਲ ਪਾਈਦੀ ਹੈ। ਸਾਧ ਸੰਗ ਹਰ ਕੀਰਤਨ ਗਾਈਐ, ਤੇ ਸਾਧੂ ਦੀ ਸੰਗਤ ਦੇ ਵਿੱਚ ਬਹਿ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ। ਅਨੇਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਈ ਅੰਮ੍ਰਿਤ ਰਸ ਚਾਖੈ। ਤੇ ਫਿਰ ਉਸ ਸਾਧੂ ਜਨ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ, ਹਰੇਕ ਬਿਪਤਾ ਤੋਂ ਉਹ ਬਚਾ ਸਕਦਾ ਹੈ, ਹਰੇਕ ਦੁੱਖ ਤੋਂ ਉਹ ਬਚਾ ਸਕਦਾ ਹੈ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਹਰੀ ਦੇ ਗੁਣਾਂ ਨੂੰ ਗਾ। ਆਤਮਿਕ ਜੀਵਨ ਦੇਣ ਵਾਲਾ ਨਾਮ ਰੂਪੀ ਜਿਹੜਾ ਜਲ ਹੈ, ਇਸ ਨੂੰ ਤੂੰ ਛਕ। ਭਾਵ ਰਸਨਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰ। ਅਸਲੀ ਜਿਹੜਾ ਰਸ ਹੈ ਇਸ ਦਾ ਸਵਾਦ ਤੂੰ ਚੱਕ। ਓਟ ਗਈ ਸੰਤਾ ਦਰ ਆਇਆ, ਸਰਬ ਸੁਖ ਨਾਨਕ ਤਹਿ ਪਾਇਆ। ਓਟ ਗਈ ਸੰਤਾ ਦਰ ਆਇਆ, ਵੀ ਹੁਣ ਸੰਤ ਜਨਾਂ ਦੇ ਦਰ ਦੇ ਉੱਤੇ ਇਹਨਾਂ ਦਾ ਆਸਰਾ ਫੜ ਲਿਆ। ਸਰਬ ਸੁਖ ਨਾਨਕ ਤਹਿ ਪਾਇਆ, ਹੀ ਨਾਨਕ ਇਸ ਜਗ੍ਹਾ ਦੇ ਉੱਤੇ ਆ ਕੇ, ਗੁਰੂ ਦੀ ਸੰਗਤ ਦੇ ਵਿੱਚ ਆ ਕੇ, ਸਾਧ ਜਨਾਂ ਦੀ ਸੰਗਤ ਦੇ ਵਿੱਚ ਆ ਕੇ ਸੁੱਖ ਹੀ ਮਿਲਦਾ ਹੈ, ਸੁੱਖ ਹੀ ਪਾਈਦਾ। ਇੱਥੋਂ ਤੱਕ ਹੁਣ 6 ਆਪਣੇ ਬੰਦ ਹੋ ਚੁੱਕੇ ਨੇ। ਅਗਲੀ ਜਿਹੜੀ ਵਿਚਾਰ ਹੈ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਕਰਾਂਗੇ।
ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ ਜੀ। ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣ ਜੀ। ਵਿਚਾਰਾਂ ਦੀ ਸਮਾਪਤੀ। ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ